ਪਾਵਨ ਪਦੇ ਅੰਦਰ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਮਨੁੱਖੀ ਜੀਵਾਂ ਨੂੰ ਉਪਦੇਸ਼ ਦਿੱਤਾ ਹੈ ਕਿ ਇਹ ਸਰੀਰ ਜਿਹੜਾ ਸਾਨੂੰ ਮਿਲਿਆ ਹੈ, ਕੀਮਤੀ ਸਰੀਰ ਦੇ ਗਿਆਨ ਇੰਦਰੀ ਜਾਂ ਇਹ ਸਾਨੂੰ ਸਰੀਰ ਦੇ ਅੰਗ ਮਿਲੇ ਨੇ, ਅੱਖਾਂ, ਨੱਕ, ਹੱਥ, ਪੈਰ, ਇਹ ਸਭ ਮਿਲੇ ਨੇ। ਇਹਨਾਂ ਦਾ ਕੋਈ ਨਾ ਕੋਈ ਮਕਸਦ ਹੈ। ਅਕਾਲ ਪੁਰਖ ਨੇ ਇਹ ਦੇਹੀ ਬਣਾਈ, ਇਸ ਦੇਹੀ ਅੰਦਰ ਫਿਰ ਜਿੰਦ ਪਾਈ ਹੈ ਅਤੇ ਇਸ ਦੇਹੀ ਨੂੰ ਚਲਾਉਣ ਦਾ, ਇਸ ਸੰਸਾਰ ਵਿੱਚ ਭੇਜਣ ਦਾ ਕੋਈ ਨਾ ਕੋਈ ਮਕਸਦ, ਕੋਈ ਮਨੋਰਥ ਹੈ। ਬਿਨਾਂ ਮਨੋਰਥ ਤੋਂ ਇਸ ਸੰਸਾਰ ਵਿੱਚ ਕੋਈ ਜੀਵ ਨਹੀਂ ਆਉਂਦਾ। ਕਿਸੇ ਨਾ ਕਿਸੇ ਮਕਸਦ ਕਰਕੇ ਸੰਸਾਰ ਵਿੱਚ ਇਹ ਆਇਆ ਹੈ। ਪਰ ਤੁਸੀਂ ਕਿਸੇ ਮਨੁੱਖ ਨੂੰ ਪੁੱਛ ਕੇ ਵੇਖੋ ਵੀ ਤੂੰ ਸੰਸਾਰ ਵਿੱਚ ਕੀ ਲੈਣ ਆਇਆ ਹੈ, ਤੇਰੇ ਆਉਣ ਦਾ ਕੀ ਮਕਸਦ ਹੈ? ਤਾਂ ਹਰ ਇੱਕ ਮਨੁੱਖ ਦੀ ਵੱਖਰੀ ਵੱਖਰੀ ਸੋਚ ਹੈ। ਕੋਈ ਕਹਿੰਦਾ ਵੀ ਦੁਨੀਆ 4 ਦਿਨਾਂ ਦੀ ਹੈ, ਖਾਓ ਪੀਓ ਅਤੇ ਐਸ਼ ਕਰੋ। ਕੋਈ ਕਹਿੰਦਾ ਵੀ ਸੰਸਾਰ ਦੇ ਵਿੱਚ ਆਏ ਹਾਂ, ਪਰਿਵਾਰ ਪਾਲਣਾ, ਫਰਜ਼ ਪੂਰੇ ਕਰਨੇ ਨੇ, ਧਨ ਕਮਾਉਣਾ ਹੈ, ਨਾਮ ਸ਼ੋਹਰਤ ਕਮਾਉਣੀ ਹੈ, ਬਸ ਇਹੀ ਜੀਵਨ ਹੈ। ਕਈਆਂ ਦਾ ਜੀਵਨ ਸੰਸਾਰ ਦੇ ਭੋਗ ਵਿਲਾਸਾਂ ਵਿੱਚ ਨਿਕਲ ਜਾਂਦਾ ਹੈ, ਕਈਆਂ ਦਾ ਧਨ ਪਦਾਰਥ ਇਕੱਠਿਆਂ ਕਰਦਿਆਂ ਨਿਕਲ ਜਾਂਦਾ ਹੈ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਪਰਿਵਾਰ ਦੀ ਪਾਲਣ ਪੋਸ਼ਣ ਕਰਦਿਆਂ ਜੀਵਨ ਲੰਘ ਜਾਂਦਾ ਹੈ। ਪਰ ਅਸਲ ਮੁੱਦਾ ਜਿਹੜਾ ਹੈ, ਅਸਲ ਜਿਹੜੀ ਗੱਲ ਹੈ ਨੁਕਤੇ ਵਾਲੀ, ਉਹਨੂੰ ਨਹੀਂ ਸਮਝ ਪਾਉਂਦਾ ਸਾਰੀ ਜ਼ਿੰਦਗੀ। ਔਰ ਮੇਰੇ ਖਿਆਲ ਜਦੋਂ ਤੱਕ ਸਮਝ ਆਉਂਦੀ ਹੈ ਉਦੋਂ ਬੰਦੇ ਕੋਲ ਸਮਾਂ ਨਹੀਂ ਹੁੰਦਾ, ਕਿਉਂਕਿ ਬੰਦਾ ਸਾਰੀ ਜ਼ਿੰਦਗੀ ਸੌਂ ਕੇ ਬਤੀਤ ਕਰ ਦਿੰਦਾ ਹੈ। ਅਤੇ ਕਬੀਰ ਸਾਹਿਬ ਆਖਦੇ ਨੇ ਬੰਦਾ ਉਦੋਂ ਜਾਗਦਾ ਹੈ ਜਦੋਂ ਕਾਲ ਆ ਕੇ ਸਿਰ 'ਤੇ ਡੰਡਾ ਮਾਰਦਾ ਏ ਅਤੇ ਉਦੋਂ ਹੋਸ਼ ਆਉਂਦੀ ਹੈ ਵੀ ਮੈਂ ਸੰਸਾਰ ਵਿੱਚ ਕਾਹਦੇ ਵਾਸਤੇ ਆਇਆ ਸਾਂ ਜਾਂ ਅੱਜ ਤੱਕ ਮੈਂ ਕੀ ਕੀਤਾ ਹੈ। ਪਰ ਉਦੋਂ ਸਮਾਂ ਨਹੀਂ ਹੁੰਦਾ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ ਕਿਉਂ ਹੋਵਤ ਅੰਧ। ਤਾਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਦਾ ਜੋ ਪਾਵਨ ਬਚਨ ਬਖਸ਼ਿਸ਼ ਕੀਤਾ ਹੈ ਨਾ, ਇਸ ਅੰਦਰ ਬੜੀ ਪਿਆਰੀ ਸਿੱਖਿਆ ਸਾਨੂੰ ਜੀਵਾਂ ਨੂੰ ਦਿੱਤੀ ਹੈ। ਗੁਰਦੇਵ ਕਿਰਪਾ ਕਰਦੇ ਨੇ, ਮਿਥਿਆ ਸ਼ਰਵਣ ਪਰ ਨਿੰਦਾ ਸੁਣੈ। ਆ ਜਿਹੜੇ ਕੰਨ ਤੈਨੂੰ ਰੱਬ ਨੇ ਦਿੱਤੇ ਨੇ ਨਾ, ਇਹ ਕਾਹਦੇ ਵਾਸਤੇ ਦਿੱਤੇ ਨੇ ਭਲਾ? ਸੁਣਨ ਵਾਸਤੇ। ਕਈਆਂ ਕੋਲ ਕੰਨ ਤੇ ਹੈਗੇ ਨੇ ਪਰ ਸੁਣਨ ਦੀ ਸ਼ਕਤੀ ਨਹੀਂ ਹੈਗੀ ਉਹਨਾਂ ਵਿੱਚ। ਰੱਬ ਨੇ ਜੇ ਤੈਨੂੰ ਕੰਨ ਦਿੱਤੇ ਨੇ, ਸੁਣਨ ਦੀ ਤਾਕਤ ਇਹਨਾਂ ਵਿੱਚ ਪਾਈ ਹੈ, ਤੂੰ ਸੁਣਦਾ ਹੈ। ਅਤੇ ਪਾਤਸ਼ਾਹ ਆਖਦੇ ਨੇ ਤੇਰੇ ਉੱਤੇ ਬੜੀ ਵੱਡੀ ਕਿਰਪਾ ਹੋਈ ਰੱਬ ਦੀ। ਪਰ ਅਫਸੋਸ ਕਿ ਮਨੁੱਖ ਨੇ ਸੁਣਨਾ ਕੀ ਸੀ, ਉਸ ਗੱਲ ਦਾ ਗਿਆਨ ਇਹਨੇ ਹਾਸਲ ਨਹੀਂ ਕੀਤਾ। ਸੁਣ ਤੇ ਰਿਹਾ ਔਰ ਘੰਟਿਆਂ ਬੱਧੀ ਸੁਣਦਾ ਰਹਿੰਦਾ ਹੈ, ਪਰ ਕੀ ਸੁਣਨਾ ਸੀ ਉਸ ਬਾਰੇ ਇਹਨੇ ਗਿਆਨ ਹਾਸਲ ਨਹੀਂ ਕੀਤਾ। ਗੁਰਦੇਵ ਪਾਤਸ਼ਾਹ ਜੀ ਨੇ ਬਾਣੀ ਅੰਦਰ ਬੜਾ ਪਿਆਰਾ ਉਪਦੇਸ਼ ਦਿੱਤਾ ਕਿ ਇਹ ਤੇਰੇ ਜਿਹੜੇ ਕੰਨ ਨੇ ਨਾ, ਤੈਨੂੰ ਕਾਹਦੇ ਵਾਸਤੇ ਮਿਲੇ ਨੇ? ਇੱਥੇ ਗੁਰਦੇਵ ਆਖਦੇ ਨੇ ਕਿ ਤੂੰ ਕਰ ਕੀ ਰਿਹਾ? ਮਿਥਿਆ ਸ਼ਰਵਣ ਪਰ ਨਿੰਦਾ ਸੁਣੈ। ਵਿਅਰਥ ਨੇ ਤੇਰੇ ਕੰਨ, ਕਿਸੇ ਕੰਮ ਦੇ ਨਹੀਂ। ਕਿਉਂ? ਪਰਾਈ ਨਿੰਦਿਆ ਸੁਣਦੇ ਨੇ, ਬਸ ਚੁਗਲੀ ਸੁਣਦੇ ਨੇ, ਭੈੜੀ ਵਿਚਾਰ, ਭੈੜੀਆਂ ਗੱਲਾਂ, ਭੈੜੀਆਂ ਸੋਚਾਂ ਵਿਚਾਰਾਂ ਨੂੰ ਇਹ ਗ੍ਰਹਿਣ ਕਰਦੇ ਨੇ। ਜਦ ਕਿ ਇਹ ਨਿੰਦਿਆ ਸੁਣਨ ਵਾਸਤੇ ਨਹੀਂ ਸਨ ਰੱਬ ਨੇ ਦਿੱਤੇ। ਭੈੜੀ ਵਿਚਾਰ, ਭੈੜੇ ਗੀਤੀਆਂ, ਭੈੜੀਆਂ ਗੱਲਾਂ ਸੁਣਨ ਵਾਸਤੇ ਰੱਬ ਨੇ ਕੰਨ ਨਹੀਂ ਸਨ ਦਿੱਤੇ। ਬਲਕਿ ਜਦੋਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਅਤੇ ਗੁਰਦੇਵ ਨੇ ਉੱਥੇ ਸਪਸ਼ਟ ਕੀਤਾ ਹੈ, ਇਹ ਸ਼ਰਵਣੋ ਮੇਰਿਓ ਸਾਚੈ ਸੁਣਨੈ ਨੋ ਪਠਾਏ। ਸੱਚ ਸੁਣਨ ਵਾਸਤੇ ਤੁਹਾਨੂੰ ਲਾਇਆ ਸੀ, ਸੱਚ ਸੁਣਨਾ ਸੀ। ਪਰ ਕਿਹੜਾ ਸੱਚ ਸੁਣਨਾ ਸੀ?
ਸਾਚੈ ਸੁਣੈ ਨੋ ਪਠਾਏ, ਸ਼ਰੀਰ ਲਾਏ ਸੁਣੋ ਸਤ ਬਾਣੀ। ਸੱਚੇ ਦੀ ਸੱਚੀ ਬਾਣੀ ਨੂੰ ਸੁਣਨਾ ਸੀ, ਸੱਚੇ ਦੀ ਸੱਚੀ ਵਿਚਾਰਧਾਰਾ ਨੂੰ ਸੁਣਨਾ ਸੀ। ਔਰ ਜਿਨ੍ਹਾਂ ਨੇ ਉਹ ਸੱਚੇ ਦੀ ਵਿਚਾਰਧਾਰਾ ਨੂੰ ਸੁਣਿਆ ਤੇ ਮਹਾਰਾਜ ਨੇ ਫਿਰ ਉਹਨਾਂ ਦੇ ਕੰਨਾਂ ਨੂੰ ਮੁਬਾਰਕ ਆਖਿਆ। ਜਿੱਥੇ ਗੁਰਦੇਵ ਨੇ ਇਸ ਰਸਨਾ ਨੂੰ ਮੁਬਾਰਕ ਆਖਿਆ, ਉੱਥੇ ਗੁਰਦੇਵ ਆਖਦੇ ਨੇ ਤੇ ਸ਼ਰਵਣ ਭਲੇ ਸ਼ੋਭਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੈ ਹਰ ਤੇਰੇ ਰਾਮ। ਮੁਬਾਰਕ ਨੇ ਉਹ ਕੰਨ ਜਿਹੜੇ ਰੱਬੀ ਸਿਫਤ ਸਲਾਹ ਸੁਣਨ ਲੱਗ ਪਏ, ਜਿਨ੍ਹਾਂ ਨੂੰ ਜਾਂਚ ਆ ਗਈ ਅਸਲ ਗੱਲ ਸੁਣਨ ਦੀ। ਨਹੀਂ ਤਾਂ ਸਾਰੀ ਜ਼ਿੰਦਗੀ ਲੰਘ ਗਈ। ਭਾਈ ਗੁਰਦਾਸ ਜੀ ਆਖਦੇ ਨੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ। ਸਾਰੀ ਜ਼ਿੰਦਗੀ ਕਦੀ ਕਿਸੇ ਦੀ ਨਿੰਦਿਆ ਸੁਣ ਲਈ ਤੇ ਖੁਸ਼ ਹੋ ਗਿਆ, ਤੇ ਜੇ ਕਿਸੇ ਨੇ ਇਹਦੀ ਉਸਤਤ ਕਰ ਦਿੱਤੀ ਤਾਂ ਖੁਸ਼ ਹੋ ਗਿਆ। ਅੱਛਾ, ਜੇ ਕਿਸੇ ਨੇ ਇਹਦੀ ਨਿੰਦਿਆ ਕਰ ਦਿੱਤੀ, ਕਿਸੇ ਦੀ ਨਿੰਦਿਆ ਸੁਣ ਕੇ ਖੁਸ਼ ਹੁੰਦਾ ਹੈ, ਪਰ ਇਹਦੀ ਨਿੰਦਿਆ ਹੋਈ ਤਾਂ ਰੋਣ ਲੱਗ ਪਿਆ, ਫਿਰ ਦੁਖੀ ਹੋ ਗਿਆ। ਮਹਾਰਾਜ ਆਖਦੇ ਨੇ ਉਹ ਮੁਬਾਰਕ ਨੇ ਕੰਨ ਜਿਹੜੇ ਰੱਬੀ ਇਬਾਦਤ ਸੁਣਦੇ ਨੇ, ਜਿਹੜੇ ਚੰਗੀ ਵਿਚਾਰ ਸੁਣਦੇ ਨੇ, ਉਹਨਾਂ ਕੰਨਾਂ ਨੂੰ ਵੀ ਨਮਸਕਾਰ ਹੈ। ਨਹੀਂ ਤਾਂ ਸਾਹਿਬ ਆਖਦੇ ਨੇ ਉਹ ਕੰਨ ਕਿਸੇ ਵੀ ਕੰਮ ਦੇ ਨਹੀਂ ਜਿਹੜੇ ਪਰਾਈ ਨਿੰਦਿਆ ਸੁਣ ਰਹੇ ਨੇ। ਮਿਥਿਆ ਹਸਤ ਪਰ ਦਰਬ ਕੋ ਹਿਰੈ, ਉਹ ਹੱਥ ਵਿਅਰਥ ਨੇ ਜਿਹੜੇ ਪਰਾਏ ਧਨ ਨੂੰ ਚੋਰੀ ਕਰਨ ਵਾਸਤੇ ਜਾਂ ਪਰਾਈ ਠੱਗੀ ਮਾਰਨ ਵਾਸਤੇ, ਕਿਸੇ ਦਾ ਹੱਕ ਮਾਰਨ ਵਾਸਤੇ ਯੂਜ਼ ਹੁੰਦੇ ਨੇ। ਉਹ ਹੱਥ ਕਿਸੇ ਕੰਮ ਦੇ ਨਹੀਂ। ਅਕਾਲ ਪੁਰਖ ਨੇ ਇਹ ਕੀਮਤੀ ਹੱਥ ਮਨੁੱਖ ਨੂੰ ਦਿੱਤੇ ਨੇ, ਇਹਨਾਂ ਨਾਲ ਕਿਰਤ ਕਰਨੀ ਸੀ। ਇਹਨਾਂ ਹੱਥਾਂ ਦੇ ਨਾਲ ਕਿਰਤ ਕਰਕੇ ਫਿਰ ਪਾਤਸ਼ਾਹ ਜੀ ਆਖਦੇ ਨੇ ਉਸ ਕਿਰਤ ਕਮਾਈ ਵਿੱਚੋਂ ਮਨੁੱਖਤਾ ਦਾ ਭਲਾ ਕਰਨਾ ਸੀ। ਕਾਲ ਖਾਏ ਖਿਛੱਥੋਂ ਦੇ ਨਾਨਕ ਰਾਹ ਪਛਾਣੈ ਸੇ, ਇਹ ਰਾਹ 'ਤੇ ਤੁਰਨਾ ਸੀ। ਪਰ ਕਰਦਾ ਕੀ ਰਿਹਾ, ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਣ ਲੁਟਾਵੈ। ਬੰਦਾ ਕਹਿੰਦਾ ਮੈਂ ਚੋਰੀ ਕੀਤੀ ਹੈ, ਮੈਂ ਠੱਗੀ ਕੀਤੀ ਹੈ, ਮੈਂ ਇਹਨਾਂ ਹੱਥਾਂ ਦੇ ਨਾਲ ਗਲਤ ਕੰਮ ਕੀਤਾ ਹੈ। ਕਾਹਦੇ ਵਾਸਤੇ? ਕਹਿੰਦਾ ਪਰਿਵਾਰ ਨੂੰ ਪਾਲਣ ਵਾਸਤੇ। ਸਾਹਿਬ ਆਖਦੇ ਨੇ ਨਹੀਂ, ਬਾਬਾ ਕਬੀਰ ਜੀ ਨੇ ਆਖਿਆ ਮਨ ਮੇਰੇ ਭੂਲੇ ਕਪਟ ਨਾ ਕੀਜੈ, ਚਲਾਕੀਆਂ ਨਾ ਕਰ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਜੇ ਇਹਨਾਂ ਹੱਥਾਂ ਦੇ ਨਾਲ ਤੂੰ ਠੱਗੀ ਮਾਰਦਾ, ਇਹਨਾਂ ਹੱਥਾਂ ਦੇ ਨਾਲ ਵੱਧ ਘੱਟ ਤੋਲਦਾ, ਤਾਂ ਯਾਦ ਰੱਖੀ ਮਾਲਕ ਦੇ ਦਰ 'ਤੇ ਤੇਰੇ ਕੋਲੋਂ ਹਿਸਾਬ ਲਿਆ ਜਾਵੇਗਾ। ਇਹਨਾਂ ਹੱਥਾਂ ਨਾਲ ਵੱਧ ਘੱਟ ਤੋਲਣ ਵਾਲਾ ਬੰਦਾ ਵੀ ਬਖਸ਼ਿਆ ਨਹੀਂ ਜਾਏਗਾ, ਕਿਉਂਕਿ ਰੱਬ ਦੇ ਦਰ 'ਤੇ ਤੇਰੇ ਕੀਤੇ ਹੋਏ ਸਾਰੇ ਕਰਮਾਂ ਦਾ ਨਿਬੇੜਾ ਹੋਣਾ ਹੈ। ਤਾਂ ਗੁਰਦੇਵ ਆਖਦੇ ਨੇ ਇਹ ਹੱਥ ਚੰਗੇ ਉਹ ਨੇ ਜਿਹੜੇ ਚੰਗੀ ਕਿਰਤ ਕਰਦੇ ਨੇ, ਤੇ ਉਹ ਚੰਗੀ ਕਿਰਤ ਕਰਕੇ ਫਿਰ ਇਹ ਕੇਵਲ ਦੁਨਿਆਵੀ ਕਿਰਤ ਵਿੱਚ ਹੀ ਸੀਮਤ ਨਹੀਂ ਰਹਿ ਜਾਂਦੇ। ਸੰਸਾਰ ਦੇ ਅੰਦਰ ਕਿਸੇ ਦੇ ਭਲੇ ਲਈ ਇਹ ਕਾਰਜ ਜਦੋਂ ਕਰਦੇ ਨੇ, ਉਦੋਂ ਇਹਨਾਂ ਹੱਥਾਂ ਨੂੰ ਵੀ ਨਮਸਕਾਰ ਹੁੰਦੀ ਹੈ। ਮਿਥਿਆ ਨੇਤਰ ਭਿਖ ਪਰ ਤ੍ਰੈ ਰੂਪਾਦ। ਮਿਥਿਆ ਭਾਵ ਨਾਸ਼ਵੰਤ ਉਹ ਅੱਖਾਂ ਨੇ ਜਿਹੜੀਆਂ ਪਰਾਏ ਤਨ ਤੇ ਧਨ ਤੇ ਹਮੇਸ਼ਾ ਟਿਕੀਆਂ ਰਹਿੰਦੀਆਂ ਨੇ। ਉਹ ਅੱਖਾਂ ਵਿਅਰਥ ਨੇ। ਅੱਖਾਂ ਵੀ ਰੱਬ ਨੇ ਬੜਾ ਅਮੋਲਕ ਕੀਮਤੀ ਇਹ ਦਾਤ ਸਾਨੂੰ ਦਿੱਤੀ ਹੈ। ਅੱਖਾਂ ਦੇ ਵਿੱਚ ਜੋਤ ਟਿਕਾਈ ਏ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ। ਖਾਲੀ ਅੱਖਾਂ ਲਾਈਆਂ ਹੀ ਨਹੀਂ, ਵਿੱਚ ਜੋਤ ਵੀ ਰੱਖੀ ਹੈ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਹਰੀ ਤੋਂ ਬਿਨਾ ਤੁਸੀਂ ਕੁਛ ਵੇਖਣਾ ਨਹੀਂ ਸੀ। ਕਹਿਣ ਤੋਂ ਭਾਵ ਇਹ ਸੀ ਵੀ ਸੰਸਾਰ ਦੇ ਅੰਦਰ ਚੰਗਾ ਵੇਖਣਾ ਸੀ, ਪਰ ਕਿੰਨੀ ਕੁ ਗਿਣਤੀ ਦੇ ਮਨੁੱਖ ਨੇ ਅੱਜ ਸੰਸਾਰ ਵਿੱਚ ਚੰਗਾ ਹੀ ਵੇਖਦੇ ਨੇ। ਅੱਜ ਜਦੋਂ ਵੀ ਆਪਾਂ ਵੇਖਦੇ ਹਾਂ, ਸਾਡੀ ਵੇਖਣ ਵਾਲੀ ਦ੍ਰਿਸ਼ਟੀ ਜਿਹੜੀ ਹੈ ਉਹ ਹਮੇਸ਼ਾ ਮਾੜੇ ਪਾਸੇ ਹੀ ਵੇਖਦੀ ਹੈ। ਅਸੀਂ ਚੰਗੇ ਤੋਂ ਚੰਗੇ ਮਨੁੱਖ ਵਿੱਚ ਵੀ ਕੋਈ ਐਬ ਵੇਖਦੇ ਹਾਂ, ਕਦੀ ਚੰਗਿਆਈ ਵੇਖਣ ਦਾ ਯਤਨ ਨਹੀਂ ਕੀਤਾ। ਤੇ ਮੈਂ ਹੈਰਾਨ ਹੋ ਜਾਂਦਾ ਵਾਂ ਜਦੋਂ ਆ ਸੜਕ 'ਤੇ ਕੂੜਾ ਚੁੱਕਣ ਵਾਲੇ ਲੋਕ ਨੇ, ਉਹ ਗੰਦਗੀ ਵਿੱਚੋਂ ਵੀ ਚੰਗੀਆਂ ਚੀਜ਼ਾਂ ਚੁੱਕ ਕੇ ਵੇਚ ਕੇ ਤੇ ਆਪਣਾ ਜੀਵਨ ਨਿਰਵਾਹ ਕਰ ਲੈਂਦੇ ਨੇ।
ਗੰਦਗੀ ਵਿੱਚੋਂ ਵੀ ਚੰਗੀਆਂ ਚੀਜ਼ਾਂ, ਕਿਉਂ ਉਹਨਾਂ ਕੋਲ ਵੇਖਣ ਵਾਲੀ ਅੱਖ ਹੈ। ਔਰ ਇੱਥੇ ਚੰਗੀਆਂ ਚੀਜ਼ਾਂ ਵਿੱਚੋਂ ਵੀ ਮਨੁੱਖ ਮਾੜੀਆਂ ਚੀਜ਼ਾਂ ਵੇਖਦਾ। ਆਹ ਵੇਖੋ, ਇਹਦੇ ਵਿੱਚ ਆਹ ਕਮੀ ਹੈ, ਇਹਦੇ ਵਿੱਚ ਆਹ ਐਬ ਹੈ, ਆ ਇਸ ਤਰ੍ਹਾਂ ਕਰਦਾ, ਇਸ ਤਰ੍ਹਾਂ ਖਾਂਦਾ, ਆਹ ਪਾਉਂਦਾ। ਚੰਗੀ ਚੀਜ਼ ਵਿੱਚੋਂ ਵੀ ਮਾੜੀ, ਜਿਵੇਂ ਮੱਖੀ ਦੀ ਇੱਕ ਆਦਤ ਹੁੰਦੀ ਹੈ ਨਾ, ਮਹਾਰਾਜ ਨੇ ਬਾਣੀ ਵਿੱਚ ਆਖਿਆ ਕਿ ਇਹ ਸਾਰੇ ਸਰੀਰ ਨੂੰ ਛੱਡ ਕੇ ਉੱਥੇ ਜਾ ਕੇ ਬਹਿੰਦੀ ਜਿੱਥੇ ਜ਼ਖਮ ਹੁੰਦਾ, ਜਾਂ ਫਿਰ ਇਹ ਗੰਦਗੀ 'ਤੇ ਜਾ ਕੇ ਬਹਿੰਦੀ ਹੈ। ਇਹਨੇ ਗੰਦਗੀ 'ਤੇ ਜਾ ਕੇ ਬਹਿਣਾ। ਤਾਂ ਸਾਹਿਬ ਆਖਦੇ ਨੇ ਉਹ ਅੱਖਾਂ ਕਿਸੇ ਕੰਮ ਦੀਆਂ ਨਹੀਂ, ਵਿਅਰਥ ਨੇ। ਭਾਈ ਜੇ ਸਾਰੀ ਜ਼ਿੰਦਗੀ ਇਹਨਾਂ ਨਾਲ ਕੇਵਲ ਪਰਾਇਆ ਤਨ ਅਤੇ ਪਰਾਇਆ ਧਨ ਹੀ ਕੇਵਲ ਤੱਕਦਾ ਰਿਹਾ, ਜਾਂ ਮਾੜਾ ਹੀ ਵੇਖਦਾ ਰਿਹਾ, ਬਲਕਿ ਇਹਨਾਂ ਨਾਲ ਤੂੰ ਇਸ ਸੰਸਾਰ ਅੰਦਰ ਚੰਗਿਆਈ ਨੂੰ ਵੇਖਣਾ ਸੀ, ਬੁਰੇ ਵਿੱਚੋਂ ਵੀ ਚੰਗਾ ਲੱਭਣ ਦਾ ਯਤਨ ਕਰਨਾ ਸੀ, ਪਰ ਇਹਨੇ ਸਾਂਝ ਹੀ ਔਗਣਾਂ ਨਾਲ ਪਾਈ। ਇਸ ਕਰਕੇ ਇਹਨੂੰ ਹਰ ਕਿਸ ਵਿੱਚੋਂ ਔਗਣ ਹੀ ਨਜ਼ਰ ਆਉਂਦੇ ਨੇ। ਮਿਥਿਆ ਰਸਨਾ ਭੋਜਨ ਅਨ ਸਵਾਦ। ਮਿਥਿਆ ਭਾਵ ਵਿਅਰਥ ਹੈ ਉਹ ਰਸਨਾ, ਜਿਹੜੀ ਕੇਵਲ ਤਾਂ ਕੇਵਲ ਸੰਸਾਰ ਦੇ ਭੋਜਨਾਂ ਅਤੇ ਸਵਾਦਾਂ ਵਿੱਚ ਹੀ ਪਈ ਹੋਈ ਹੈ। ਇਹ ਜ਼ੁਬਾਨ ਦੋ ਕੰਮ ਕਰਦੀ ਹੈ। ਅੱਖਾਂ ਇੱਕ ਸਮੇਂ ਵਿੱਚ ਵੇਖ ਸਕਦੀਆਂ ਨੇ, ਕੰਨ ਇੱਕ ਸਮੇਂ ਵਿੱਚ ਸੁਣ ਸਕਦੇ ਨੇ, ਪਰ ਸਾਡੀ ਜਿਹੜੀ ਜ਼ੁਬਾਨ ਹੈ ਉਹ ਇੱਕ ਸਮੇਂ ਵਿੱਚ ਦੋ ਕੰਮ ਕਰਦੀ, ਇੱਕ ਖਾਣ ਦਾ, ਇੱਕ ਬੋਲਣ ਦਾ। ਔਰ ਦੋਵੇਂ ਚੀਜ਼ਾਂ ਦਾ ਬੰਦੇ ਨੂੰ ਗਿਆਨ ਨਹੀਂ, ਨਾ ਖਾਣ ਦਾ ਅਤੇ ਨਾ ਬੋਲਣ ਦਾ। ਕਿਸ ਸਮੇਂ ਕੀ ਬੋਲਣਾ ਇਹਨੂੰ ਸਮਝ ਨਹੀਂ, ਕਿਸ ਸਮੇਂ ਕੀ ਖਾਣਾ ਇਹਨੂੰ ਇਹ ਵੀ ਸਮਝ ਨਹੀਂ। ਬਸ ਖਾਈ ਵੀ ਜਾ ਰਿਹਾ ਹੈ, ਬੋਲੀ ਵੀ ਜਾ ਰਿਹਾ ਹੈ। ਗੁਰਦੇਵ ਪਾਤਸ਼ਾਹ ਜੀ ਨੇ ਦੋਵੇਂ ਗੱਲਾਂ ਇਹਨੂੰ ਸਮਝਾ ਦਿੱਤੀਆਂ। ਇੱਕ ਉਹ ਸ਼੍ਰੇਣੀ ਸੀ ਜਿਨ੍ਹਾਂ ਨੇ ਭੋਜਨ ਤਿਆਗ ਦਿੱਤਾ ਅਤੇ ਬੋਲ ਵੀ ਤਿਆਗ ਦਿੱਤੇ, ਮੋਨੀ ਬਣ ਗਏ। ਅਸੀਂ ਅੱਜ ਤੋਂ ਬਾਅਦ ਕੁਝ ਖਾਣਾ ਹੀ ਨਹੀਂ, ਅੱਜ ਤੋਂ ਬਾਅਦ ਕੁਝ ਬੋਲਣਾ ਹੀ ਨਹੀਂ। ਅਤੇ ਇੱਕ ਉਹ ਸਨ ਜਿਨ੍ਹਾਂ ਨੇ ਇੰਨਾ ਖਾ ਲਿਆ, ਖਾ ਖਾ ਕੇ ਪੇਟ ਵਧਾ ਲਏ, ਖਾ ਖਾ ਕੇ ਸਰੀਰ ਨੂੰ ਇੰਨਾ ਰੋਗਾਂ ਨਾਲ ਭਰ ਲਿਆ ਕਿ ਉਹ ਹੁਣ ਇਸ ਦੁਨੀਆ ਦੇ ਉੱਤੇ ਆਪਣਾ ਜੀਵਨ ਲਾਚਾਰਾਂ ਵਾਂਗੂ ਬਤੀਤ ਕਰਦੇ ਨੇ। ਇਸ ਤਰ੍ਹਾਂ ਦੇ ਜੀਵਨ ਦੀ ਹਾਲਤ। ਮਹਾਰਾਜ ਨੇ ਬਹੁਤਾ ਖਾਣ ਤੋਂ ਵੀ ਪਰਹੇਜ਼ ਕਰਨ ਦੀ ਗੱਲ ਕੀਤੀ ਅਤੇ ਨਾ ਖਾਣ ਵਾਲਿਆਂ ਨੂੰ ਵੀ ਸੁਚੇਤ ਕੀਤਾ। ਸਾਹਿਬ ਆਖਦੇ ਨੇ ਭਾਈ ਅੰਨ ਦਾ ਤਿਆਗ ਨਹੀਂ ਕਰਨਾ। ਤਜੀਏ ਅੰਨ ਨਾ ਮਿਲਿਆ ਗੋਪਾਲ, ਜਾਂ ਬਾਣੀ ਵਿੱਚ ਮਿਲਦੇ ਪ੍ਰਮਾਣ, ਭੁੱਖੇ ਭਗਤ ਨਾ ਕੀਜੈ ਮਾਲਾ ਆਪਣੀ ਲੀਜੈ। ਭੁੱਖਿਆਂ ਭਗਤੀ ਨਹੀਂ ਹੋਣ ਵਾਲੀ। ਪਰ ਦੂਜੇ ਪਾਸੇ ਉਹਨਾਂ ਨੂੰ ਵੀ ਆਖ ਦਿੱਤਾ ਜਿਹੜੇ ਬਹੁਤਾ ਖਾ ਕੇ ਹੀ ਆਪਣੇ ਜੀਵਨ ਨੂੰ ਗੁਜ਼ਾਰੀ ਜਾ ਰਹੇ ਸਨ। ਇੱਕ ਸੱਜਣ ਇੱਕ ਨਗਰ ਦੇ ਵਿੱਚ ਗਿਆ ਅਤੇ ਉਸ ਨਗਰ ਦੇ ਵਿੱਚ ਕਿਸੇ ਧਾਰਮਿਕ ਸਥਾਨ ਦੀ ਉਸਾਰੀ ਹੋ ਰਹੀ ਸੀ ਅਤੇ ਉਹ ਦੂਰ ਇਸ ਤਰ੍ਹਾਂ ਬੈਠਾ ਹੋਇਆ। ਜਿਹੜੇ ਸੱਜਣ ਉਹ ਧਾਰਮਿਕ ਸਥਾਨ ਦੀ ਉਸਾਰੀ ਪਏ ਕਰਦੇ ਸਨ, ਉਹਨਾਂ ਦੀ ਨਜ਼ਰ ਗਈ। ਉਹਨਾਂ ਜਾ ਕੇ ਆਖਿਆ, ਭਲਿਆ ਤੂੰ ਵੀ ਕੁਛ ਕਰ ਲੈ ਸੇਵਾ ਚੱਲਣ ਦੀ, ਤੂੰ ਵੀ ਕੋਈ ਇੱਕ ਅੱਧੀ ਇੱਟ ਚੁੱਕ, ਤੂੰ ਵੀ ਕੋਈ ਮਿੱਟੀ ਦਾ ਦਾਬੜਾ ਚੁੱਕ, ਤੂੰ ਵੀ ਕੋਈ ਸੇਵਾ ਕਰ, ਸੇਵਾ ਕਰੇਗਾ ਤੇ ਜੀਵਨ ਸਫਲਾ ਹੋਵੇਗਾ। ਉਹ ਅੱਗੋਂ ਚੁੱਪ ਕਰਕੇ ਬੈਠਾ ਰਿਹਾ। ਉਹਨਾਂ ਵਿੱਚੋਂ ਇੱਕ ਸਿਆਣਾ ਮਨੁੱਖ ਸੀ, ਉਹ ਕਹਿੰਦਾ ਲੱਗਦਾ ਭੁੱਖਾ ਏ, ਇਹਨੇ ਕੁਝ ਖਾਧਾ ਨਹੀਂ। ਉਹਨੇ ਆਖਿਆ ਭੁੱਖ ਲੱਗੀ ਹੈ? ਕਹਿਣ ਲੱਗਾ ਹਾਂ ਭੁੱਖਾ ਵਾਂ। ਅਤੇ ਭੁੱਖਾ ਬੰਦਾ ਕੁਛ ਕਰ ਸਕਦਾ, ਖਾਣ ਨੂੰ ਕੁਝ ਦਿਓ। ਉਹਨੇ ਆਖਿਆ ਠੀਕ ਹੈ। ਉਹਨਾਂ ਨੇ ਇੱਕ ਥਾਲ ਭੋਜਨ ਦਾ ਲਿਆ ਕੇ ਅੱਗੇ ਰੱਖਿਆ। ਜਦੋਂ ਉਹਨੇ 5-7 ਪ੍ਰਸ਼ਾਦੇ ਚੰਗੇ ਛਕ ਲਏ ਅਤੇ ਉਹ ਫਿਰ ਉੱਥੇ ਬੈਠਾ। ਕਹਿਣ ਲੱਗੇ ਹੁਣ ਤਾਂ ਤੂੰ ਭੋਜਨ ਛਕ ਲਿਆ, ਆਹ ਹੁਣ ਕੁਝ ਕਰ ਲੈ। ਕਹਿਣ ਲੱਗਾ ਦੱਸੋ, ਰੱਜਿਆ ਬੰਦਾ ਵੀ ਕੁਝ ਕਰ ਸਕਦਾ? ਉਹ ਕਹਿਣ ਲੱਗਾ ਹੱਦ ਹੋ ਗਈ ਹੈ, ਭੁੱਖਾ ਵੀ ਕੁਝ ਨਹੀਂ ਕਰਦਾ ਅਤੇ ਰੱਜਿਆ ਹੋਇਆ ਵੀ ਕੁਝ ਨਹੀਂ ਕਰਦਾ। ਇਹ ਤੂੰ ਚੰਗਾ ਹੈ ਵੀ ਤੂੰ ਦੂਰ ਹੀ ਰਹਿ, ਕਿ ਤੇਰੇ ਤੋਂ ਕੋਈ ਆਸ ਨਹੀਂ ਲਾਈ ਜਾ ਸਕਦੀ। ਮਹਾਰਾਜ ਨੇ ਆਖਿਆ ਭੁੱਖਿਆਂ ਵੀ ਨਹੀਂ ਰਹਿਣਾ, ਕਿਉਂਕਿ ਭੁੱਖਿਆਂ ਭਗਤੀ ਨਹੀਂ ਹੋਣੀ, ਕੋਈ ਚੰਗਾ ਕੰਮ ਨਹੀਂ ਹੋਣਾ। ਅਤੇ ਯਾਦ ਰੱਖੀ ਬਹੁਤਾ ਰੱਜ ਕੇ ਵੀ ਤੇਰੇ ਤੋਂ ਕੋਈ ਚੰਗਾ ਕੰਮ ਨਹੀਂ ਹੋਣਾ। ਬੰਦੇ ਨੂੰ ਆਲਸੀ ਬਣਾ ਦਿੰਦਾ ਬਹੁਤਾ ਭੋਜਨ। ਤਾਂ ਸਾਹਿਬ ਨੇ ਬੜੀ ਕਿਰਪਾ ਕੀਤੀ, ਸਮਝਾ ਦਿੱਤਾ ਛੱਡਣਾ ਵੀ ਨਹੀਂ ਭੋਜਨ ਨੂੰ। ਅਤੇ ਨਾਲ ਹੀ ਇੱਕ ਬਚਨ ਕੀਤਾ। ਸਾਹਿਬ ਆਖਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਭੋਜਨ ਹੀ ਵਿਕਾਰ ਪੈਦਾ ਕਰ ਦੇਵੇ।
नाल जदों बोलण दी गल आई साहब आखदे ने जे तू आखे भी मैं जुबान तो बोलना नहीं, पर साहब आखदे ने मन नूं रोक नहीं सकदा, इन्हें बोली जाना अंदर। पर हाँ जे तू आखे मैं बोलिया ही भगत ही कर लाँगा तो तां भी गल नहीं बननी, सिर्फ गल्लां नाल भी रब नहीं मिलना। तो साहब ने आख्या नहीं बोलण नालों चंगा है कुछ बोले, पर बोले वो जिंदे नाल तेनू भी लाभ होवे ते दुनिया नू भी लाभ होवे, संसार नू भी लाभ होवे। जब लग दुनिया रही है नानक किस सुनिए किस कहिए, कुछ सुनो कुछ आखो, पर कुछ सुनो चंगा ते चंगा ही आखोगे। साहब आखते ने भाई वो रसना व्यर्थ है जिहड़ी केवल भोजन खांदी है ते स्वादां विच पई है। मिथ्या चरण पर विकार को धावें, वो चरण वो पैर किसे काम दे नहीं ਜਿਹੜੇ ਵਿਕਾਰਾਂ ਵਾਲੇ ਜਾਂ ਭੈੜੇ ਪਾਸੇ ਹੀ ਦੌੜਦੇ ਨੇ ਜਾਂ ਲੋਕਾਂ ਦੇ ਵਿਗਾੜ ਪਾਉਣ ਵਾਸਤੇ ਦੌੜਦੇ ਨੇ, ਕਿਸੇ ਦਾ ਨੁਕਸਾਨ ਕਰਨ ਵਾਸਤੇ ਦੌੜਦੇ ਨੇ। ਉਹ ਚਰਨ ਉਹ ਪੈਰ ਕਿਸੇ ਕੰਮ ਦੇ ਨਹੀਂ, ਬਲਕਿ ਉਹਨਾਂ ਚਰਨਾਂ ਨੂੰ ਵਾਰਕ ਚਰਨ ਚਲੋ ਮਾਰਗ ਗੋਬਿੰਦ, ਉਹਨਾਂ ਚਰਨਾਂ ਨੂੰ ਨਮਸਕਾਰ ਹੈ ਜਿਹੜੇ ਰੱਬ ਦੇ ਦਰਸਾਏ ਮਾਰਗ 'ਤੇ ਚੱਲਦੇ ਨੇ, ਰੱਬ ਦੇ ਦੱਸੇ ਰਾਹ 'ਤੇ ਤੁਰਦੇ ਨੇ। ਉਹਨਾਂ ਚਰਨਾਂ ਨੂੰ ਨਮਸਕਾਰ ਹੈ। ਭਾਈ ਗੁਰਦਾਸ ਜੀ ਆਖਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗਿਆ ਹੋਏ ਲੇਤ ਹੈ। ਤੂੰ ਕਿੰਨਾ ਕੁ ਧਰਮ ਦੀ ਦੁਨੀਆ ਵਿੱਚ ਸੱਚ ਦੀ ਦੁਨੀਆ ਵਿੱਚ ਆਪਣੇ ਆਪ ਨੂੰ ਅੱਗੇ ਤੋਰਿਆ ਵਧਿਆ ਕਿ ਗੁਰੂ ਤੈਨੂੰ ਆਪ ਆਪਣੇ ਗਲਾਵੇ ਵਿੱਚ ਲੈ ਲਵੇ। ਤਾਂ ਮਹਾਰਾਜ ਨੇ ਬੜੀ ਕਿਰਪਾ ਕੀਤੀ। ਸਾਹਿਬ ਆਖਦੇ ਨੇ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਬਹਿੰਦਿਆਂ ਮਾਲਕ ਦੀ ਯਾਦ ਵਿੱਚ ਜੁੜ, ਪਰ ਰੱਬੀ ਰਾਹ 'ਤੇ ਤੁਰਦਾ ਹੋਇਆ ਤੂੰ ਆਪਣੇ ਜੀਵਨ ਨੂੰ ਸਫਲਾ ਕਰ। ਤੇਰੇ ਚਰਨ ਪੈਰ ਉਦਣ ਸਫਲੇ ਨੇ ਜਿੱਦਣ ਇਹ ਮਾਲਕ ਦੇ ਦੱਸੇ ਰਾਹ 'ਤੇ ਚੱਲਣਗੇ, ਨਹੀਂ ਤਾਂ ਇਹ ਵੀ ਵਿਅਰਥ ਹਨ। ਮਿਥਿਆ ਮਨ ਪਰ ਲੋਭ ਲੁਭਾਵੇਂ, ਵਿਅਰਥ ਹੈ ਉਹ ਮਨ। ਹੇ ਮਨ ਤੂੰ ਵੀ ਵਿਅਰਥ ਹੈ, ਤੂੰ ਵੀ ਕਿਸੇ ਕੰਮ ਦਾ ਨਹੀਂ ਜੇ ਤੂੰ ਪਰਾਏ ਲੋਭ ਅਤੇ ਲਾਲਚ ਵਿੱਚ ਫਸਿਆ ਹੋਇਆ ਵੀ ਹੋਰ ਆ ਵੀ ਹਾਸਲ ਕਰ ਲਾਂ, ਆ ਵੀ ਪ੍ਰਾਪਤ ਕਰ ਲਵਾਂ, ਆ ਵੀ ਰਸ ਮਾਣ ਲਵਾਂ, ਤਾਂ ਤੂੰ ਵੀ ਵਿਅਰਥ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਸਰੀਰ ਵੀ ਵਿਅਰਥ ਹੈ। ਕਿਉਂ? ਇਸ ਸਰੀਰ ਨਾਲ ਤੂੰ ਕੋਈ ਅੱਜ ਤੱਕ ਭਲਾ ਕੰਮ ਨਹੀਂ ਕੀਤਾ। ਜੇ ਇਸ ਤਨ ਨਾਲ ਇਸ ਦੇਹੀ ਨਾਲ ਤੂੰ ਕੋਈ ਭਲਾ ਕਾਰਜ ਨਹੀਂ ਕੀਤਾ ਤਾਂ ਇਹ ਦੇਹੀ ਕਿਸੇ ਕੰਮ ਦੀ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਨੇ ਕਦੀ ਆਪਣੀ ਇਸ ਦੇਹੀ ਇਹ ਸਰੀਰ ਨੂੰ ਪੁੱਛ ਕੇ ਵੇਖੀ, ਸਵਾਲ ਕਰਕੇ ਵੇਖੀ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ, ਕੀ ਖੱਟਿਆ ਤੂੰ ਅੱਜ ਤੱਕ, ਇੰਨੀ ਤੇਰੀ ਉਮਰ ਹੋ ਗਈ ਹੈ ਇਸ ਦੇਹੀ ਦੀ, ਤੂੰ ਹਾਸਲ ਕੀ ਕੀਤਾ ਹੈ। ਕਿਸੇ ਅਦੀਬ ਨੇ ਬੜਾ ਪਿਆਰਾ ਲਿਖਿਆ ਹੈ, ਕੋਈ ਡੁੱਬਦਾ ਬਚਾਇਆ ਹੀ 10 ਖਾਂ, ਕੋਈ ਰੋਂਦਾ ਹਸਾਇਆ ਹੀ 10 ਖਾਂ, ਕੋਈ ਭੁੱਖਾ ਰਜਾਇਆ ਹੀ 10 ਖਾਂ। ਪਾਟਾ ਜ਼ਖਮ ਜੇ ਕਦੇ ਨਹੀਂ ਸੀਤਾ, ਨਿਰੀ ਮਾਲਾ ਫੇਰੀ ਕੱਖ ਨਹੀਂ ਕੀਤਾ। ਜੇ ਤੂੰ ਕਿਸੇ ਪਿਆਸੇ ਨੂੰ ਪਾਣੀ ਨਹੀਂ ਪਿਆ ਸਕਿਆ, ਭੁੱਖੇ ਨੂੰ ਭੋਜਨ ਨਹੀਂ ਛਕਾ ਸਕਿਆ, ਜੇ ਤੂੰ ਕਿਸੇ ਡੁੱਬਦੇ ਨੂੰ ਬਚਾ ਨਹੀਂ ਸਕਿਆ, ਤੇ ਭਲਿਆ ਫਿਰ ਤੂੰ ਕੇਵਲ ਮਾਲਾ ਹੀ ਫੇਰੀਏ, ਤੂੰ ਦੁਨੀਆ ਵਿੱਚ ਕੀਤਾ ਕੱਖ ਨਹੀਂ। ਇਹ ਦੇਹੀ ਕਿਸੇ ਕੰਮ ਦੀ ਨਹੀਂ, ਵਿਅਰਥ ਹੈ। ਫਿਰ ਜੇ ਇਹ ਭਲਾ ਨਹੀਂ ਕਰਦੀ, ਮਿਥਿਆ ਬਾਸ ਲੇਤ ਬਿਕਾਰਾ, ਵਿਅਰਥ ਹੈ ਉਹ ਨਸਕਾ, ਉਹ ਨੱਕ ਵੀ ਵਿਅਰਥ ਹੈ ਜਿਹੜਾ ਭੈੜੀ ਭੈੜੀ ਵਿਕਾਰਾਂ ਦੀਆਂ ਵਾਸ਼ਨਾਵਾਂ ਲੈਂਦਾ ਹੈ। ਰੱਬ ਨੇ ਇਹ ਦਾਤਾਂ ਦਿੱਤੀਆਂ ਬੜੀਆਂ ਅਮੋਲਕ ਸਨ, ਪਰ ਬੰਦਾ ਇਹਨਾਂ ਦੀ ਵਰਤੋਂ ਬੜੀ ਗਲਤ ਕਰਦਾ ਹੈ। ਇਸ ਕਰਕੇ ਮਹਾਰਾਜ ਨੂੰ ਕਹਿਣਾ ਪਿਆ ਭਾਈ ਇਹ ਸਮਝ ਹੋਣ ਜਾਂ ਨਾ ਹੋਣ ਇੱਕ ਬਰਾਬਰ ਨੇ। ਕਿਉਂ? ਇਹਨਾਂ ਦੀ ਤੂੰ ਸਹੀ ਵਰਤੋਂ ਹੀ ਨਹੀਂ ਕੀਤੀ। ਬਿਨ ਬੂਝੇ ਮਿਥਿਆ ਸਭ ਭਏ, ਬਿਨਾਂ ਸਮਝ ਤੋਂ ਜਿੰਨਾ ਚਿਰ ਤੈਨੂੰ ਆਪਣੀ ਹੋਂਦ, ਆਪਣੇ ਮਨੋਰਥ, ਆਪਣੇ ਮਕਸਦ ਬਾਰੇ ਨਹੀਂ ਪਤਾ, ਉਹਨਾਂ ਚਿਰ ਇਹ ਸਾਰਾ ਕੁਛ ਵਿਅਰਥ ਹੈ, ਕਿਸੇ ਕੰਮ ਨਹੀਂ। ਸਫਲ ਦੇਹ ਨਾਨਕ ਹਰ ਹਰ ਨਾਮ ਲੇ, ਹੇ ਨਾਨਕ ਉਹੀ ਦੇਹ ਉਹ ਸਰੀਰ ਸਫਲ ਹੈ ਬਸ ਜਿਹੜੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਤੇ ਉਹਦੇ ਦੱਸੇ ਹੋਏ ਰਾਹ 'ਤੇ ਤੁਰ ਪੈਂਦੀ। ਉਹ ਦੇਹੀ, ਉਹ ਅੱਖਾਂ, ਉਹ ਕੰਨ, ਉਹ ਨੱਕ, ਉਹ ਹੱਥ, ਉਹ ਪੈਰ ਮੁਬਾਰਕ ਨੇ ਜਿਹੜੇ ਮਾਲਕ ਦੇ ਦੱਸੇ ਹੋਏ ਰਾਹ 'ਤੇ ਤੁਰਦੇ ਹਨ, ਜਿਹੜੇ ਉਸ ਮਾਰਗ 'ਤੇ ਤੁਰ ਪਏ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਰਹਿਮਤ ਕਿਰਪਾ ਕਰਨ
ਆਪਣੇ ਚਰਨਾਂ ਨਾਲ ਸਾਨੂੰ ਜੋੜ ਕੇ ਰੱਖਣ। ਇਹ ਬੜੇ ਕੀਮਤੀ ਅਮੋਲਕ ਹੀਰੇ ਸਾਨੂੰ ਦਿੱਤੇ ਨੇ। ਇਹ ਦੇਹੀ ਬੜੀ ਅਮੋਲਕ ਹੈ। ਮਹਾਰਾਜ ਨੇ ਬਾਣੀ ਅੰਦਰ ਨੂੰ ਬੜਾ ਕੀਮਤੀ ਆਖਿਆ ਹੈ, ਪਰ ਅਸੀਂ ਇਹਦੀ ਕੀਮਤ ਕੀ ਲਾਉਂਦੇ ਹਾਂ। ਮਹਾਰਾਜ ਆਖਦੇ ਨੇ, ਭਲਿਆ ਕੌਡੀਆਂ ਦੇ ਭਾ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕੌਡੀਆਂ ਦੇ ਭਾਅ ਵੇਚਦੇ ਹਾਂ। ਸੋ ਇਸ ਦੇਹੀ ਨੂੰ ਸਫਲਾ ਕਰਨ ਵਾਸਤੇ ਸਾਨੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾਉਣਾ ਪਵੇਗਾ, ਧਾਰਨ ਕਰਨਾ ਪਵੇਗਾ। ਜੋ ਗੁਰੂ ਸਾਹਿਬ ਕਹਿ ਰਹੇ ਨੇ ਉਹਨੂੰ ਭਲਾ ਕਰਕੇ ਮੰਨੀਏ ਤਾਂ ਸਾਡਾ ਇੱਕ ਇੱਕ ਅੰਗ, ਇੱਕ ਇੱਕ ਸਰੀਰ ਦਾ ਜਿਹੜਾ ਗਿਆਨ ਇੰਦਰਾ ਹੈ ਉਹ ਵੀ ਪਰਮਾਤਮਾ ਦੀ ਭਗਤੀ ਕਰਨ ਵਿੱਚ ਸਹਾਈ ਹੋਏਗਾ, ਜੇ ਆਪਾਂ ਗੁਰੂ ਦੀ ਮੱਤ ਲੈ ਕੇ ਇਹਨਾਂ ਨੂੰ ਚੰਗੇ ਪਾਸੇ ਲਾਵਾਂਗੇ। ਸੋ ਸਾਰੀਆਂ ਸੰਗਤਾਂ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।